ਕਿਸਾਨ ਭਵਨ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਦੀਪ ਸਿੱਧੂ ਇੱਕ ਪਾਸੇ ਸੀ, ਬਾਕੀ ਸਾਰੇ ਇੱਕ ਪਾਸੇ ਸੀਗੇ। ਕੁਝ ਮਤਭੇਦ ਹਰ ਇੱਕ, ਜਿੱਦਾਂ ਤੁਸੀਂ ਗੱਲ ਸ਼ੁਰੂ ਕੀਤੀ ਆ, ਸ਼ੁਰੂਆਤ ਦੇ ਵਿੱਚ ਤੁਸੀਂ ਕਿਹਾ ਕਿ ਹੋ ਸਕਦਾ ਸਾਡੇ ਇੱਕ ਦੂਸਰੇ ਦੇ ਨਾਲ ਮਤ ਨਾ ਮਿਲਦੇ ਹੋਣ, ਕੁਝ ਮਤਭੇਦ ਸੀਗੇ, ਬਟ ਉਹ ਆਪਣੀ ਗੱਲ ਤੇ ਡਟਿਆ ਰਿਹਾ। ਉਹਨੇ ਆਪਣੀ, ਤੁਸੀਂ ਉਸ ਕਾਨਫਰੰਸ 'ਚ ਸੀਗੇ ਸ਼ਾਇਦ, ਤੁਸੀਂ ਉਹ ਸਭ ਦੇਖਿਆ ਹੋਊਗਾ। ਸੋ ਉਹ ਇੱਕ ਪਾਸੇ ਸੀ, ਬਾਕੀ ਸਭ ਇੱਕ ਪਾਸੇ ਸੀਗੇ। ਸੋ ਉਸ ਵੇਲੇ ਵੀ ਉਹਨੇ ਇਹੀ ਗੱਲ ਕਹੀ ਸੀ, ਇਹ ਜੋ ਹੋਊਗਾ ਇਹ ਗਲਤ ਹੋਊਗਾ, ਇਹ ਗਲਤ ਹੋਊਗਾ। ਸ਼ਾਇਦ ਉਹਨੂੰ ਕੁਛ ਗੱਲਾਂ ਦਾ ਪਤਾ ਹੋਊਗਾ, ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਅੰਦੇਸ਼ਾ ਹੋਏ ਕਿ ਹੋ ਸਕਦੀਆਂ ਇਹ ਗੱਲਾਂ, ਕਿਉਂਕਿ ਸਾਡੇ ਵਰਗੇ ਅਸੀਂ ਹੈਗੇ ਹਾਂ, ਇੱਕ ਕਲਾਕਾਰ ਹੈਗੇ ਹਾਂ। ਉਹ ਕਲਾਕਾਰਾਂ ਦੇ ਨਾਲ ਨਾਲ ਪੋਲੀਟੀਕਲ ਬੈਕਗਰਾਊਂਡ ਵੀ ਰੱਖਦਾ ਸੀ ਜਾਂ ਲੋਕਾਂ ਦੇ ਨਾਲ ਜੁੜਿਆ ਹੋਇਆ ਸੀਗਾ। ਸਾਡੀ ਇੰਨੀ ਸਮਝ ਨਹੀਂ ਸੀਗੀ ਕਿ ਅਸੀਂ ਇੰਨੇ ਦੂਰ ਤੱਕ ਸੋਚ ਸਕੀਏ। ਸੋ ਕਈ ਵਾਰੀ ਕਿਸੇ ਇਨਸਾਨ ਨੂੰ, ਕਿਉਂਕਿ ਕਾਫੀ ਸਾਰੀ ਏਜੰਸੀਜ਼ ਦੀ ਵੀ ਉਹਦੇ 'ਤੇ ਨਿਗਾਹ ਸੀਗੀ, ਕਿਉਂਕਿ ਬਹੁਤ ਬੇਬਾਕੀ ਦੇ ਨਾਲ ਬੋਲਦਾ ਸੀਗਾ। ਸੋ ਕੁਛ ਵੀ ਹੋ ਸਕਦਾ, ਕੁਛ ਵੀ ਵੱਡਾ ਕਾਰਨ ਹੋ ਸਕਦਾ ਇਹਦੀ ਮੌਤ ਦੇ ਪਿੱਛੇ। ਬਾਕੀ ਇਹ ਹੁਣ ਜਦੋਂ ਜਾਂਚ ਹੋਏਗੀ ਤਾਂ ਹੀ ਸਾਹਮਣੇ ਆ ਸਕਦਾ ਕਿ ਇਹ ਘਟਨਾ ਸੀ ਜਾਂ ਇੱਕ ਸਾਜ਼ਿਸ਼ ਸੀਗੀ। ਮੈਮ 20 ਤਰੀਕ ਨੂੰ ਇਲੈਕਸ਼ਨ ਹੈ, ਵੋਟਿੰਗ ਹੈ, ਇਹ ਤਾਂ ਕੋਈ ਇਲੈਕਸ਼ਨ ਕਨੈਕਸ਼ਨ ਤਾਂ ਨਹੀਂ ਹੋ ਸਕਦਾ? ਇਸ ਚੀਜ਼ ਨੂੰ ਜੋੜ ਕੇ ਟਟੋਲ ਕੇ ਦੇਖਣਾ ਚਾਹੀਦਾ। ਦੇਖੋ, ਪਾਸ ਦੇ ਵਿੱਚ ਵੀ 2-4 ਘਟਨਾਵਾਂ ਇਹੋ ਜਿਹੀਆਂ ਹੋਈਆਂ ਨੇ, ਬਹੁਤ ਵੱਡੇ ਵੱਡੇ ਲੀਡਰਸ ਬਿਲਕੁਲ ਇਲੈਕਸ਼ਨਾਂ ਦੇ ਕੋਲ ਆ ਕੇ ਖਤਮ ਹੋਏ ਆ। ਅਗਰ ਤੁਸੀਂ ਪਾਸ ਦੇ ਵਿੱਚ ਜਾਓ, ਕੁਛ 15 ਸਾਲ ਪਿੱਛੇ ਜਾਓ, 10 ਸਾਲ ਪਿੱਛੇ ਜਾਓ, ਤਾਂ ਤੁਹਾਨੂੰ ਇੱਦਾਂ ਦੇ ਇੰਸੀਡੈਂਟ ਮਿਲਣਗੇ ਜਿਹਦੇ ਵਿੱਚ ਬਿਲਕੁਲ ਇਲੈਕਸ਼ਨਾਂ ਦੇ ਕੋਲ ਆ ਕੇ ਬਿਲਕੁਲ ਗੇਮ ਘੁੰਮ ਜਾਂਦੀ ਹੈ। ਸੋ ਹੋ ਸਕਦਾ ਉਹਦਾ ਪਾਰਟ ਵੀ ਹੋ ਸਕਦਾ, ਬਟ ਬਿਨਾਂ ਕਿਸੇ ਜਾਂਚ ਤੋਂ ਅਸੀਂ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕਦੇ। ਜਦੋਂ ਜਾਂਚ ਹੋਊਗੀ ਸਾਹਮਣੇ ਆਊਗਾ, ਪਰ ਨਿਰਪੱਖ ਹੋਣੀ ਚਾਹੀਦੀ ਹੈ, ਕਿਉਂਕਿ ਕਈ ਵਾਰੀ ਇਹੋ ਜਿਹੀ ਆਵਾਜ਼ਾਂ ਨੂੰ ਦਬਾ ਵੀ ਦਿੱਤਾ ਜਾਂਦਾ, ਦਬਾਉਣ ਲਈ ਬਹੁਤ ਕੁਛ ਸਬੂਤ ਵੀ ਖਤਮ ਕਰ ਦਿੱਤੇ ਜਾਂਦੇ ਆ। ਮੈਨੂੰ ਲੱਗਦਾ ਕਿ ਉਹਦੇ ਨਾਲ ਇਨਸਾਫ ਹੋਣਾ ਚਾਹੀਦਾ। ਆਖਰ ਉਹ ਸਾਡੇ ਪੰਜਾਬੀਆਂ ਦੇ ਨਾਲ ਖੜਾ ਹੋਇਆ ਸੀ, ਪੰਜਾਬੀਅਤ ਦੇ ਨਾਲ ਖੜਾ ਹੋਇਆ ਸੀ, ਕਿਸਾਨੀ ਦੇ ਨਾਲ ਖੜਾ ਹੋਇਆ ਸੀਗਾ। ਮਤਭੇਦ ਜ਼ਰੂਰ ਹੋ ਸਕਦੇ ਵਿਚਾਰਧਾਰਾ ਦੇ, ਪਰ ਆਖਰ ਉਹ ਸਾਡੇ ਵਿੱਚੋਂ ਹੀ ਇੱਕ ਹਿੱਸਾ ਸੀਗਾ, ਸਾਡਾ ਹੀ ਇੱਕ ਭਰਾ ਸੀਗਾ। ਸੋ ਅਸੀਂ ਚਾਹੁੰਦੇ ਹਾਂ ਕਿ ਉਹਦੇ ਨਾਲ ਇਨਸਾਫ ਹੋਵੇ। ਕਿਸਾਨ ਭਵਨ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਦੀਪ ਸਿੱਧੂ ਇੱਕ ਪਾਸੇ ਸੀ, ਬਾਕੀ ਸਾਰੇ ਇੱਕ ਪਾਸੇ ਸੀਗੇ। ਕੁਝ ਮਤਭੇਦ ਹਰ ਇੱਕ, ਜਿੱਦਾਂ ਤੁਸੀਂ ਗੱਲ ਸ਼ੁਰੂ ਕੀਤੀ ਆ, ਸ਼ੁਰੂਆਤ ਦੇ ਵਿੱਚ ਤੁਸੀਂ ਕਿਹਾ ਕਿ ਹੋ ਸਕਦਾ ਸਾਡੇ ਇੱਕ ਦੂਸਰੇ ਦੇ ਨਾਲ ਮਤ ਨਾ ਮਿਲਦੇ ਹੋਣ, ਕੁਝ ਮਤਭੇਦ ਸੀਗੇ, ਬਟ ਉਹ ਆਪਣੀ ਗੱਲ ਤੇ ਡਟਿਆ ਰਿਹਾ। ਉਹਨੇ ਆਪਣੀ, ਤੁਸੀਂ ਉਸ ਕਾਨਫਰੰਸ 'ਚ ਸੀਗੇ ਸ਼ਾਇਦ, ਤੁਸੀਂ ਉਹ ਸਭ ਦੇਖਿਆ ਹੋਊਗਾ। ਸੋ ਉਹ ਇੱਕ ਪਾਸੇ ਸੀ, ਬਾਕੀ ਸਭ ਇੱਕ ਪਾਸੇ ਸੀਗੇ। ਸੋ ਉਸ ਵੇਲੇ ਵੀ ਉਹਨੇ ਇਹੀ ਗੱਲ ਕਹੀ ਸੀ, ਇਹ ਜੋ ਹੋਊਗਾ ਇਹ ਗਲਤ ਹੋਊਗਾ, ਇਹ ਗਲਤ ਹੋਊਗਾ। ਸ਼ਾਇਦ ਉਹਨੂੰ ਕੁਛ ਗੱਲਾਂ ਦਾ ਪਤਾ ਹੋਊਗਾ, ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਅੰਦੇਸ਼ਾ ਹੋਏ ਕਿ ਹੋ ਸਕਦੀਆਂ ਇਹ ਗੱਲਾਂ, ਕਿਉਂਕਿ ਸਾਡੇ ਵਰਗੇ ਅਸੀਂ ਹੈਗੇ ਹਾਂ, ਇੱਕ ਕਲਾਕਾਰ ਹੈਗੇ ਹਾਂ। ਉਹ ਕਲਾਕਾਰਾਂ ਦੇ ਨਾਲ ਨਾਲ ਪੋਲੀਟੀਕਲ ਬੈਕਗਰਾਊਂਡ ਵੀ ਰੱਖਦਾ ਸੀ ਜਾਂ ਲੋਕਾਂ ਦੇ ਨਾਲ ਜੁੜਿਆ ਹੋਇਆ ਸੀਗਾ। ਸਾਡੀ ਇੰਨੀ ਸਮਝ ਨਹੀਂ ਸੀਗੀ ਕਿ ਅਸੀਂ ਇੰਨੇ ਦੂਰ ਤੱਕ ਸੋਚ ਸਕੀਏ। ਸੋ ਕਈ ਵਾਰੀ ਕਿਸੇ ਇਨਸਾਨ ਨੂੰ, ਕਿਉਂਕਿ ਕਾਫੀ ਸਾਰੀ ਏਜੰਸੀਜ਼ ਦੀ ਵੀ ਉਹਦੇ 'ਤੇ ਨਿਗਾਹ ਸੀਗੀ, ਕਿਉਂਕਿ ਬਹੁਤ ਬੇਬਾਕੀ ਦੇ ਨਾਲ ਬੋਲਦਾ ਸੀਗਾ। ਸੋ ਕੁਛ ਵੀ ਹੋ ਸਕਦਾ, ਕੁਛ ਵੀ ਵੱਡਾ ਕਾਰਨ ਹੋ ਸਕਦਾ ਇਹਦੀ ਮੌਤ ਦੇ ਪਿੱਛੇ। ਬਾਕੀ ਇਹ ਹੁਣ ਜਦੋਂ ਜਾਂਚ ਹੋਏਗੀ ਤਾਂ ਹੀ ਸਾਹਮਣੇ ਆ ਸਕਦਾ ਕਿ ਇਹ ਘਟਨਾ ਸੀ ਜਾਂ ਇੱਕ ਸਾਜ਼ਿਸ਼ ਸੀਗੀ। ਮੈਮ 20 ਤਰੀਕ ਨੂੰ ਇਲੈਕਸ਼ਨ ਹੈ, ਵੋਟਿੰਗ ਹੈ, ਇਹ ਤਾਂ ਕੋਈ ਇਲੈਕਸ਼ਨ ਕਨੈਕਸ਼ਨ ਤਾਂ ਨਹੀਂ ਹੋ ਸਕਦਾ? ਇਸ ਚੀਜ਼ ਨੂੰ ਜੋੜ ਕੇ ਟਟੋਲ ਕੇ ਦੇਖਣਾ ਚਾਹੀਦਾ। ਦੇਖੋ, ਪਾਸ ਦੇ ਵਿੱਚ ਵੀ 2-4 ਘਟਨਾਵਾਂ ਇਹੋ ਜਿਹੀਆਂ ਹੋਈਆਂ ਨੇ, ਬਹੁਤ ਵੱਡੇ ਵੱਡੇ ਲੀਡਰਸ ਬਿਲਕੁਲ ਇਲੈਕਸ਼ਨਾਂ ਦੇ ਕੋਲ ਆ ਕੇ ਖਤਮ ਹੋਏ ਆ। ਅਗਰ ਤੁਸੀਂ ਪਾਸ ਦੇ ਵਿੱਚ ਜਾਓ, ਕੁਛ 15 ਸਾਲ ਪਿੱਛੇ ਜਾਓ, 10 ਸਾਲ ਪਿੱਛੇ ਜਾਓ, ਤਾਂ ਤੁਹਾਨੂੰ ਇੱਦਾਂ ਦੇ ਇੰਸੀਡੈਂਟ ਮਿਲਣਗੇ ਜਿਹਦੇ ਵਿੱਚ ਬਿਲਕੁਲ ਇਲੈਕਸ਼ਨਾਂ ਦੇ ਕੋਲ ਆ ਕੇ ਬਿਲਕੁਲ ਗੇਮ ਘੁੰਮ ਜਾਂਦੀ ਹੈ। ਸੋ ਹੋ ਸਕਦਾ ਉਹਦਾ ਪਾਰਟ ਵੀ ਹੋ ਸਕਦਾ, ਬਟ ਬਿਨਾਂ ਕਿਸੇ ਜਾਂਚ ਤੋਂ ਅਸੀਂ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕਦੇ। ਜਦੋਂ ਜਾਂਚ ਹੋਊਗੀ ਸਾਹਮਣੇ ਆਊਗਾ, ਪਰ ਨਿਰਪੱਖ ਹੋਣੀ ਚਾਹੀਦੀ ਹੈ, ਕਿਉਂਕਿ ਕਈ ਵਾਰੀ ਇਹੋ ਜਿਹੀ ਆਵਾਜ਼ਾਂ ਨੂੰ ਦਬਾ ਵੀ ਦਿੱਤਾ ਜਾਂਦਾ, ਦਬਾਉਣ ਲਈ ਬਹੁਤ ਕੁਛ ਸਬੂਤ ਵੀ ਖਤਮ ਕਰ ਦਿੱਤੇ ਜਾਂਦੇ ਆ। ਮੈਨੂੰ ਲੱਗਦਾ ਕਿ ਉਹਦੇ ਨਾਲ ਇਨਸਾਫ ਹੋਣਾ ਚਾਹੀਦਾ। ਆਖਰ ਉਹ ਸਾਡੇ ਪੰਜਾਬੀਆਂ ਦੇ ਨਾਲ ਖੜਾ ਹੋਇਆ ਸੀ, ਪੰਜਾਬੀਅਤ ਦੇ ਨਾਲ ਖੜਾ ਹੋਇਆ ਸੀ, ਕਿਸਾਨੀ ਦੇ ਨਾਲ ਖੜਾ ਹੋਇਆ ਸੀਗਾ। ਮਤਭੇਦ ਜ਼ਰੂਰ ਹੋ ਸਕਦੇ ਵਿਚਾਰਧਾਰਾ ਦੇ, ਪਰ ਆਖਰ ਉਹ ਸਾਡੇ ਵਿੱਚੋਂ ਹੀ ਇੱਕ ਹਿੱਸਾ ਸੀਗਾ, ਸਾਡਾ ਹੀ ਇੱਕ ਭਰਾ ਸੀਗਾ। ਸੋ ਅਸੀਂ ਚਾਹੁੰਦੇ ਹਾਂ ਕਿ ਉਹਦੇ ਨਾਲ ਇਨਸਾਫ ਹੋਵੇ।